सत श्री अकाल। तुसीं लोकरण चैनल पंजाबी देख रहे हो। मैं तुहाडे नाल सुखविंदर सिंह। मेरे नाल साबका मैंबर पार्लीमेंट डॉक्टर धर्मवीर गांधी मौजूद ने। गलबात करांगे किसानी अंदोलन दौरान बड़े तरह ਦੀਆਂ चर्चावां छिड़ रही। कदे सिख सियासत का मसला उठ खड़दा, कदे कामरेडां का मसला उठ खड़दा। सरकार दे नाल जिन्हां मसलिਆਂ ਨੂੰ ਲੈ ਕੇ गलबात चल रही है, सरकार उन्हां तो पिछे हटण ਨੂੰ ਤਿਆਰ नहीं, पर अंदरूनी विवाद ਜਿਹੜੇ किसानां ਨੂੰ ਲੈ ਕੇ किते ना किते चल रहे हैं, उस उत्ते ਅਸੀਂ गलबात करांगे। डॉक्टर साहब तुहाडा स्वागत है। बहुत धन्यवाद जी। शुक्रिया। डॉक्टर साहब किदां देखदे हो, एक पासे किसानी अंदोलन, दूजे पासे सिख सियासत, तुहाडा मनना की है? देखो, सिख सियासत ਜਿਹਨੂੰ ਕਿਹਾ ਜਾਂਦਾ ਹੈਗਾ, ਇਹਦੇ ਦੋ ਰੂਪ ਨੇ। ਇੱਕ ਪ੍ਰਚਲਿਤ ਪਾਰਲੀਮੈਂਟਰੀ ਸਿਆਸਤ ਦਾ ਰੂਪ ਹੈਗਾ ਅਤੇ ਦੂਜਾ ਹੈਗਾ ਕਿ ਮਿਲੀਟੈਂਟ ਜਿਹੜੀ ਸਿੱਖ ਸਿਆਸਤ ਉਹਦਾ ਰੂਪ ਹੈਗਾ। ਮਿਲੀਟੈਂਟ ਪਾਰਲੀਮੈਂਟਰੀ ਪ੍ਰਚਲਿਤ ਸਿਆਸਤ ਦਾ ਜੋ ਪ੍ਰਤੀਕ ਆ ਉਹ ਅਕਾਲੀ ਦਲ ਬਾਦਲ ਹੈਗਾ। ਭਾਵੇਂ ਉਹਦੀਆਂ ਫਾਂਕਾਂ ਕਲੀ ਮਤਲਬ ਜਿਹੜੇ ਹੈਗੇ ਆ ਰਾਮੂ ਵਾਲੀਆ ਸਾਹਿਬ ਪਾਸੇ ਹੁੰਦੇ ਆ, ਕਦੀ ਹੁਣ ਢੀਂਡਸਾ ਸਾਹਿਬ ਪਾਸੇ ਆ, ਕਦੀ ਬ੍ਰਹਮਪੁਰਾ ਸਾਹਿਬ ਪਾਸੇ ਹੁੰਦੇ ਆ, ਕਦੀ ਸਿਮਰਨਜੀਤ ਮਾਨ ਪਾਸੇ ਹੁੰਦੇ ਆ। ਸਿਮਰਨਜੀਤ ਮਾਨ ਇੱਕ ਕਲੀਅਰ ਕੱਟ ਖਾਲਿਸਤਾਨ ਦੇ ਏਜੰਡੇ ਦੇ ਪਾਸੇ ਹੁੰਦੇ ਹੈਗੇ ਆ। ਉਹ ਸਿਆਸਤ ਉਹਨੇ 20-25 ਸਾਲ ਪੰਜਾਬ 'ਚ ਕੀਤੀ ਹੈਗੀ ਹੈ। ਉਹਦਾ ਕੋਈ ਕਾਮਯਾਬੀ ਨਹੀਂ ਮਿਲ ਸਕੀ। ਉਹ ਨਖੇੜੇ ਦੀ ਹਾਲਤ 'ਚ ਰਹੀ ਹਮੇਸ਼ਾ ਹੀ। ਸਵਾਏ ਇੱਕ ਵਾਰ ਜਿਹੜੀ ਅਫਸਰ ਜਾਈ ਸੀਗੀ, ਉਹਦੇ ਜੋ ਜਜ਼ਬਾਤੀ ਤੌਰ 'ਤੇ ਲੋਕਾਂ ਨੇ ਵੋਟਾਂ ਪਾਈਆਂ ਹੈਗੀਆਂ, ਉਸ ਤੋਂ ਬਾਅਦ ਲਗਾਤਾਰ ਸਰ ਮਾਨ ਹੋਰਾਂ ਨੇ ਆਪਣੀ ਜ਼ਮਾਨਤ ਨਹੀਂ ਕਦੀ ਬਚਾ ਪਾਏ, ਔਰ ਉਹਨਾਂ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਸੈਂਕੜੇ ਤੋਂ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ ਵੋਟਾਂ ਪਈਆਂ ਨਹੀਂ ਹੈਗਾ। ਸੋ ਉਹ ਜਿਹੜੀ ਸਿਆਸਤ ਹੈ, ਜਿਹੜੀ ਜਿਹਨੂੰ ਮਿਲੀਟੈਂਟ ਪੋਲਿਟਿਕਸ ਕਹਿੰਦੇ ਹੈਗੇ ਆ, ਉਹ ਲਗਾਤਾਰ ਆਪਣੇ ਪੰਜਾਬ 'ਚ ਪੈਰ ਜਮਾਉਣ ਵਿੱਚ ਕਾਮਯਾਬ ਨਹੀਂ ਹੋਈ ਹੈ। ਉਲਟਾ ਮਤਲਬ ਜਿਹੜਾ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਦਿੱਲੀ ਦੰਗੇ ਤੋਂ ਬਾਅਦ ਮਤਲਬ ਅਕਾਲ ਤਖਤ ਸਾਹਿਬ ਦਾ ਟੈਰੀਟਰੀ ਹੋਣਾ, ਉਸ ਤੋਂ ਬਾਅਦ ਜੋ ਲਗਾਤਾਰ ਜਿਹੜੀ ਸਿਆਸਤ ਦੇ ਉੱਤੇ ਜਿਹੜੀ ਪਾਰਲੀਮੈਂਟਰੀ ਸਿਆਸਤ ਹੈਗੀ ਉਹ ਭਾਰੂ ਰਹੀ ਹੈਗੀ ਹੈ। ਅਤੇ ਭਾਵੇਂ ਉਹਨਾਂ ਨੇ ਆਪਣੇ ਜਿਹੜੇ 10 ਸਾਲ ਦਾ ਪਿਛਲਾ ਰਾਜ ਸੀਗਾ, 5-5 ਸਾਲ ਦੇ 2 ਰਾਜ ਸੀਗੇ, ਉਹਨਾਂ ਦੌਰਾਨ ਜੋ ਪੰਜਾਬ ਦੇ ਉਹਨਾਂ ਲੁੱਟਿਆ ਕੁੱਟਿਆ ਚੱਟਿਆ ਚੁੰਡਿਆ, ਔਰ ਜਿੰਨੀ ਨੰਗੀ ਚਿੱਟੀ ਪਰਿਵਾਰਕ ਸਿਆਸਤ ਕੀਤੀ ਹੈਗੀ। ਇੱਥੋਂ ਕਿ ਸਿੱਖ ਸੰਸਥਾਵਾਂ ਦੀ ਕਦਰ ਘਟਾਈ ਕਰਕੇ ਅਕਾਲ ਤਖਤ ਤੇ ਮਤਲਬ ਜਿਹੜਾ ਉਹਨਾਂ ਦੇ ਜਥੇਦਾਰ ਸਾਹਿਬਾਨ ਤੱਕ ਅਤੇ ਜਿਹੜੀ ਮਤਲਬ ਸ਼੍ਰੋਮਣੀ ਕਮੇਟੀ ਨੂੰ ਵੀ ਇੱਕ ਆਪਣੀ ਜੇਬੀ ਜਥੇਬੰਦੀਆਂ ਬਣਾਇਆ ਹੈਗਾ। ਉਹ ਜੋ ਸਿੱਖਾਂ ਵਿੱਚ ਇੱਕ ਧਾਰਮਿਕ ਤੌਰ 'ਤੇ ਵੀ ਉਹ ਨਖੇੜੇ ਦੀ ਹਾਲਤ 'ਚ ਗਏ ਹੈਗੇ ਆ, ਉਹ ਸਿਆਸੀ ਤੌਰ 'ਤੇ ਨਖੇੜੇ ਦੀ ਹਾਲਤ 'ਚ ਗਈ ਆਪਣੇ ਮਾਫੀਆ ਰਾਜ ਸਿਆਸਤ ਕਰਕੇ। ਅਤੇ ਉਹ ਸਿਆਸਤ ਵੀ ਨਿਘਾਰ ਹੈਗੀ ਹੈ। ਅਤੇ ਪੰਥਕ ਸਿਆਸਤ ਜਿਹਨੂੰ ਮੁੜ ਕੇ ਹੁਣ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਖਾਸ ਧਿਰ ਵੱਲੋਂ, ਜਿਹੜੀ ਹੈ ਨਾ ਕਿ ਜਿਹੜੀ ਉਹਨਾਂ ਨਾਂ ਦਿੱਤਾ ਜਾ ਰਿਹਾ ਕਿ ਇਹ ਫੈਡਰਲਿਜ਼ਮ ਦੀ ਸਿਆਸਤ ਹੈ। ਇਹ ਸੰਘੀ ਢਾਂਚੇ ਵਾਸਤੇ ਸਿਆਸਤ ਹੈਗੀ। ਪਰ ਨਾਲ ਦੀ ਨਾਲ ਜਿਹੜਾ ਸਿਆਸਤ ਦਾ ਰਚਨਹਾਰਾ ਹੈਗਾ ਅਜਮੇਰ ਸਿੰਘ, ਉਹ ਕਹਿੰਦੇ ਨੇ ਕਿ ਪਰ ਸਿੱਖਾਂ ਦਾ ਇਸ ਨਾਲ ਸਰਨਾ ਨਹੀਂ ਹੈਗਾ, ਸਿੱਖਾਂ ਦਾ ਇਸ ਨਾਲ ਸਰਨਾ ਨਹੀਂ ਹੈ। ਜਿਵੇਂ ਸਿੱਖਾਂ ਨੂੰ ਇੱਕ ਵੱਖਰਾ ਦੇਸ਼ ਚਾਹੀਦਾ ਹੀ ਚਾਹੀਦਾ, ਖਾਲਿਸਤਾਨ ਚਾਹੀਦਾ ਹੀ ਚਾਹੀਦਾ। ਭਾਵੇਂ ਅੱਜ ਦੇ ਸਮੇਂ ਦੀਆਂ ਹਾਲਤਾਂ ਮੁਤਾਬਕ ਅੱਜ ਉਹਦੇ ਵਾਸਤੇ ਉਹ ਲੜਨ ਨੂੰ ਤਿਆਰ ਨਹੀਂ, ਉਹਦੇ ਵਾਸਤੇ ਕੋਈ ਏਜੰਡਾ ਪੇਸ਼ ਕਰਨ ਨੂੰ ਤਿਆਰ ਨਹੀਂ, ਉਹਦਾ ਰੂਪ ਰੇਖਾ ਕੋਈ ਖਾਕਾ ਕਰਨ ਨੂੰ ਤਿਆਰ ਨਹੀਂ ਹੈਗਾ। ਪਰ ਉਹਨਾਂ ਦੇ ਐਟ ਦਾ ਬੈਕ ਆਫ ਮਾਈਂਡ ਇਹੀ ਹੈ ਕਿ ਅੱਜ ਫੈਡਰਲ ਸਿਆਸਤ ਦੀ ਗੱਲ ਕਰਨੀ ਹੈ। ਫੈਡਰਲ ਸਿਆਸਤ ਇਕੱਲੀ ਸਿੱਖਾਂ ਨੂੰ ਨਹੀਂ ਚਾਹੀਦੀ, ਸਾਰੇ ਹਿੰਦੁਸਤਾਨ ਵਾਲਿਆਂ ਨੂੰ ਚਾਹੀਦੀ। ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਵੱਧ ਚਾਹੀਦੀ ਹੈ, ਕਿਉਂਕਿ ਪੰਜਾਬ ਨਾਲ ਖਾਸ ਵਿਤਕਰਾ ਕੀਤਾ ਹੋਇਆ ਪਿਛਲੇ 40-50-60 ਸਾਲਾਂ ਤੋਂ, ਚਾਹੇ ਉਹ ਪਾਣੀ ਦਾ ਮਾਮਲਾ ਹੋਵੇ, ਚਾਹੇ ਰਾਜਧਾਨੀ ਦਾ ਮਾਮਲਾ ਹੋਵੇ, ਚਾਹੇ ਪੰਜਾਬੀ ਬੋਲਦੇ ਇਲਾਕੇ ਦਾ ਮਾਮਲਾ ਹੋਵੇ, ਚਾਹੇ ਪਣ ਬਿਜਲੀ ਪ੍ਰੋਜੈਕਟ ਦਾ ਮਾਮਲਾ ਹੋਵੇ, ਚਾਹੇ ਮਾਂ ਬੋਲੀ ਪੰਜਾਬੀ ਦਾ ਮਾਮਲਾ ਹੋਵੇ, ਚਾਹੇ ਉਹ ਸਾਡੇ ਜਿਹੜੇ ਪਵਿੱਤਰ ਸਥਾਨ ਹੈਗੇ ਉਹਨਾਂ 'ਤੇ ਫੌਜਾਂ ਚੜ੍ਹਨ ਦਾ ਮਾਮਲਾ ਹੋਵੇ, ਜਿਹਦੇ 'ਚ ਇੱਕ ਬੜੀ ਲੰਬੀ ਦਾਸਤਾਨ ਹੈ ਪੰਜਾਬ ਨਾਲ ਧੱਕਿਆਂ ਦੀ। ਅਤੇ ਪੰਜਾਬ ਨੂੰ ਤਾਂ ਚਾਹੀਦੀ ਮਤਲਬ ਫੈਡਰਲ ਸਿਆਸਤ ਹੈ। ਹਿੰਦੁਸਤਾਨ ਨੂੰ ਵੀ ਜੇ ਹਿੰਦੁਸਤਾਨ ਨੇ ਹਿੰਦੁਸਤਾਨ ਰਹਿਣਾ ਹੈਗਾ, ਇੱਕ ਮੁਲਕ ਰਹਿਣਾ ਹੈਗਾ, ਤਾਂ ਬਗੈਰ ਫੈਡਰਲ ਸਿਆਸਤ ਤੋਂ, ਬਗੈਰ ਫੈਡਰਲ ਢਾਂਚੇ ਤੋਂ, ਜਿਹਦੀ ਸਾਡੇ ਸੰਵਿਧਾਨ ਦੇ ਘਾੜਿਆਂ ਨੇ ਵੀ ਇਹੀ ਚਿਤਵਿਆ ਸੀਗਾ ਕਿ ਸੰਘੀ ਢਾਂਚਾ ਹੋਊਗਾ। ਸੰਵਿਧਾਨ 'ਚ ਕਿਤੇ ਨਹੀਂ ਲਿਖਿਆ ਕਿ ਭਾਰਤ ਇੱਕ ਦੇਸ਼ ਹੈ, ਇਹ ਲਿਖਿਆ ਰਾਜਾਂ ਦਾ ਸੰਘ ਹੈਗਾ ਹੈ। ਸੋ ਉਹਨੂੰ ਮਤਲਬ ਉਹ ਏਜੰਡਾ ਜੇ ਬਣਾਉਂਦਾ ਕੋਈ ਬੰਦਾ ਸੁਹਿਰਤਾ ਨਾਲ ਬਣਾਉਂਦਾ ਹੈਗਾ ਔਰ ਇੱਕ ਪੈਰਲਲ ਏਜੰਡਾ ਲੈ ਕੇ ਆਉਂਦਾ ਹੈਗਾ ਤਾਂ ਉਹ ਠੀਕ ਹੈਗਾ। ਜੇ ਕੋਈ ਧਿਰ ਕਿਸਾਨੀ ਸੰਘਰਸ਼, ਕਿਸਾਨਾਂ ਨੇ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਕਿਸਾਨੀ ਆਰਥਿਕ ਮੁੱਦਿਆਂ 'ਤੇ ਵੀ ਅਤੇ ਕਿਸਾਨੀ ਦੂਜੇ ਮੁੱਦਿਆਂ 'ਤੇ ਵੀ ਲਗਾਤਾਰ ਚੇਤਨਾ ਵੀ ਪਸਾਰਾ ਵੀ ਕੀਤਾ ਹੈਗਾ ਅਤੇ ਸੰਘਰਸ਼ ਵੀ ਜਥੇਬੰਦ ਕੀਤੇ ਹੈ, ਛੋਟੇ ਵੱਡੇ ਬਹੁਤ ਵੱਡੇ ਸੰਘਰਸ਼ ਵੀ ਕੀਤੇ, ਛੋਟੇ ਵੀ ਕੀਤੇ ਹੈਗੇ। ਉਹਨਾਂ ਵੱਲੋਂ ਜੋ ਕੀਤੀ ਕਰਾਈ ਮਿਹਨਤ ਸੀਗੀ, ਡੰਕਲ ਪ੍ਰਪੋਜ਼ਲ ਤੋਂ ਲੈ ਕੇ, ਦੋਹਾ ਰਾਊਂਡ ਤੋਂ ਲੈ ਕੇ, ਉਰਗਵੇ ਰਾਊਂਡ ਤੋਂ ਲੈ ਕੇ, ਗੈਰ ਤੋਂ ਲੈ ਕੇ, WTO ਤੋਂ ਲੈ ਕੇ, ਲਗਾਤਾਰ 30-32 ਸਾਲ ਤੋਂ ਕਿਸਾਨ ਵੀਰਾਂ ਨੂੰ ਉਹ ਲਗਾਤਾਰ ਚੇਤਨ ਕਰਦੇ ਆ ਰਹੇ ਆ, ਤੌਖਲਾ ਪ੍ਰਗਟ ਕਰਦੇ ਆ, ਉਹਨੂੰ ਐਜੂਕੇਟ ਕਰਦੇ ਆ ਰਹੇ ਆ ਕਿ ਜਿਹੜਾ ਕੌਮਾਂਤਰੀ ਵਿੱਤੀ ਸਰਮਾਇਆ ਗਲੋਬਲ ਕੈਪੀਟਲ ਹੈਗਾ, ਉਹਦਾ ਹਮਲਾ ਹੈਗਾ ਜਿਹੜਾ 1991 ਵਿੱਚ ਮਨਮੋਹਨ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਸ਼ੁਰੂ ਹੋ ਗਿਆ ਸੀਗਾ ਅੰਡਰ ਦਾ ਨੇਮ ਆਫ ਗਲੋਬਲਾਈਜੇਸ਼ਨ, ਢਾਂਚਾਗਤ ਸੁਧਾਰ, ਸਟਰਕਚਰਲ ਰਿਫਾਰਮਸ ਐਂਡ ਪ੍ਰਾਈਵੇਟਾਈਜੇਸ਼ਨ, ਕੰਟਰੈਕਟ ਸਿਸਟਮ, ਉਹ ਸਾਰਾ 91 ਸ਼ੁਰੂ ਹੋਇਆ ਸੀਗਾ। ਹੌਲੀ ਹੌਲੀ ਗਤੀ ਫੜਦਾ ਉਹ ਮਤਲਬ ਕਾਂਗਰਸ ਵੇਲੇ ਵੀ, ਫਿਰ ਭਾਜਪਾ ਵੇਲੇ ਵੀ, ਅੱਜ ਵਾਜਪਾਈ ਵੇਲੇ ਵੀ, ਉਸ ਤੋਂ ਬਾਅਦ UPA 1 ਅਤੇ UPA 2 ਵੇਲੇ ਵੀ, ਅਤੇ ਨੰਗੇ ਚਿੱਟੇ ਰੂਪ ਵਿੱਚ ਬੜੇ ਜ਼ਾਹਰਾ ਅਤੇ ਬੜੇ ਜ਼ਾਲਮਾਨਾ ਢੰਗ ਨਾਲ ਉਹ ਹੁਣ ਮੋਦੀ ਪਾਰਟ 2 ਹੈਗਾ, ਪਾਰਟ 1 'ਚ ਵੀ ਸੀਗਾ, ਪਰ ਮੋਦੀ ਪਾਰਟ 2 'ਚ ਉਹ ਏਜੰਡਾ ਨੰਗੇ ਚਿੱਟੇ ਰੂਪ ਵਿੱਚ ਵਰਲਡ ਬੈਂਕ ਦਾ
WTO ਦਾ ਔਰ IMF ਦਾ, ਜਿਹੜੀ ਕਿ ਕੌਮਾਂਤਰੀ ਵਿੱਤੀ ਸਰਮਾਏ ਦੀਆਂ ਗੜ ਸੰਸਥਾਵਾਂ ਨੇ, ਉਹਨਾਂ ਏਜੰਡਾ ਲਾਗੂ ਕੀਤਾ ਜਾ ਰਿਹਾ ਹੈਗਾ। ਸੋ ਇਹਨਾਂ ਸਾਰਿਆਂ ਬਾਰੇ ਜੇ ਕਿਸਾਨਾਂ 'ਚ ਕਿਸੇ ਨੇ ਕੰਮ ਕੀਤਾ ਤਾਂ ਕਿਸੇ ਪੰਥਕ ਧਿਰ ਨੇ ਬਿਲਕੁਲ ਨਹੀਂ ਕੀਤਾ। ਉਹਨਾਂ ਨੇ ਜਜ਼ਬਾਤੀ ਮੁੱਦਿਆਂ ਸਿਆਸਤ ਕੀਤੀ ਹੈ, ਧਰਮ ਦੇ ਨਾਂ 'ਤੇ ਸਿਆਸਤ ਕੀਤੀ ਹੈ। ਉਹਨਾਂ ਦੀ ਮਰਜ਼ੀ ਹੈ, ਉਹਨਾਂ ਨੂੰ ਕਰਨ ਦਾ ਪੂਰਾ ਹੱਕ ਹੈਗਾ, ਮੈਂ ਉਹ ਦਖਲ ਨਹੀਂ ਦਿੰਦਾ ਹੈਗਾ। ਪਰ ਜੇ ਇਹ ਕਵੇ ਕਿ ਕਿਸਾਨੀ ਦੀ ਕੀਤੀ ਮਿਹਨਤ ਉੱਤੇ ਆਪਣੀ ਕਾਠੀ ਪਾ ਕੇ ਇਸ ਸੰਘਰਸ਼ ਨੂੰ ਸਿੱਖ ਸੰਘਰਸ਼ ਬਦਲਣਾ ਚਾਹੁੰਦੇ ਹੋ, ਜਿਹੜਾ ਕਿ ਹੁਣ ਇਸ ਵੇਲੇ ਸਾਰੇ ਮੁਲਕ ਦਾ ਸੰਘਰਸ਼ ਬਣਿਆ ਪਿਆ, ਸਾਰੇ ਸੰਘਰਸ਼ੀਲ ਤਬਕੇ ਦਾ, ਮੁਲਾਜ਼ਮਾਂ ਦਾ ਸੰਘਰਸ਼, ਖਪਤਕਾਰਾਂ ਦਾ ਸੰਘਰਸ਼, ਮਜ਼ਦੂਰਾਂ ਦਾ ਸੰਘਰਸ਼ ਉਹ ਬਣਿਆ ਪਿਆ ਹੈਗਾ। ਉਸ ਸੰਘਰਸ਼ ਤੋਂ ਕਾਠੀ ਪਾ ਕੇ ਉਹਨੂੰ ਉਹਦੀ ਲਗਾਮ ਫੜਨ ਦੀ ਕੋਸ਼ਿਸ਼ ਹੈਗੀ ਹੈ, ਮੈਂ ਉਹਨੂੰ ਗਲਤ ਸਮਝਦਾ ਹੈਗਾ। ਪੰਥਕ ਸਿਆਸਤ ਆਪਣੀ ਥਾਂ 'ਤੇ ਹੈਗੀ ਹੈ, ਮੈਂ ਪਹਿਲਾਂ ਜ਼ਿਕਰ ਕੀਤਾ। ਮੁੱਖ ਧਾਰਾ ਦੀ ਪਾਰਲੀਮੈਂਟਰੀ ਸਿਆਸਤ ਹੈ, ਬਾਦਲ ਨੁਮਾਇੰਦਾ ਨੇ ਪੰਜਾਬ 'ਚ ਡੋਮੀਨੇਟ ਤੇ ਰਹਿ ਗਈ ਹੈ। ਦੂਜੀ ਸਿਆਸਤ ਜਿਹੜੀ ਸੀ ਪੰਥਕ ਸਿਆਸਤ, ਮਿਲੀਟੈਂਟ ਪੰਥਕ ਸਿਆਸਤ ਸੀਗੀ, ਸਿਮਰਜੀਤ ਮਾਨ ਸਿੰਘ ਹਾਰ ਥੱਕ ਕੇ ਬੈਠ ਗਏ ਹੈਗੇ। ਉਹਨੂੰ ਮੁੜ ਸਰਜੀਤ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਇਹਨਾਂ ਵੱਲੋਂ ਕੀਤੀ ਜਾ ਰਹੀ ਹੈਗੀ ਹੈ। ਜਿਹੜੀ ਨਵੀਂ ਹੁਣ ਪੰਥਕ ਧਿਰ ਨੂੰ ਪੇਸ਼ ਕੀਤਾ ਜਾ ਰਿਹਾ ਹੈਗਾ, ਜਿਹੜਾ ਮੈਂ ਸਮਝਦਾ ਕਿ ਉਹਨਾਂ ਨੂੰ ਛੁੱਟੀ ਹੈਗੀ ਆ, ਉਹਨਾਂ ਨੂੰ ਇਸ ਗੱਲ ਦੀ, ਉਹਨਾਂ ਦਾ ਹੱਕ ਹੈਗਾ ਹੈ, ਉਹਨਾਂ ਦਾ ਰਾਈਟ ਹੈਗਾ, ਕਰ ਸਕਦੇ ਹੈਗੇ ਆ। ਪਰ ਘੱਟੋ ਘੱਟ ਜਿੰਨਾ ਜੋ ਸੰਘਰਸ਼ ਦੀ ਮਹੱਤਤਾ ਕਿਸਾਨ ਸੰਘਰਸ਼ ਦੀ ਹੈਗੀ ਹੈ, ਜੋ ਕਾਰਪੋਰੇਟ ਕੈਪੀਟਲ ਨੂੰ ਚੈਲੰਜ ਕੀਤਾ, ਜੋ ਫਾਸ਼ੀਵਾਦੀ ਏਜੰਡੇ ਨੂੰ, ਮੋਦੀ ਨੂੰ ਚੈਲੰਜ ਕੀਤਾ, ਜੋ ਭਾਰਤ ਭਰ ਦੇ ਮੁਲਕ ਜਿਹੜੇ ਸਹਿਮੇ ਬੈਠੇ, ਡਰੇ ਬੈਠੇ ਸੀਗੇ, ਖੌਫ ਦਾ ਮਾਹੌਲ ਸੀਗਾ, ਖੌਫਜ਼ਦਾ ਲੋਕ ਸੀਗੇ, ਉਹਨਾਂ ਨੂੰ ਇੱਕ ਹੌਸਲਾ ਦਿੱਤਾ ਹੈਗਾ, ਹੌਸਲਾ ਭਰਿਆ ਹੈਗਾ, ਇੱਕ ਚੁਣੌਤੀ ਬਣ ਕੇ ਉੱਭਰਿਆ। ਜਿਹੜੀ ਕਾਂਗਿਆਰੀ ਚੜੀ ਆ ਰਹੀ ਸੀ ਮੋਦੀ ਸਾਹਿਬ ਦੀ ਜਾਂ ਭਾਜਪਾ ਦੀ ਜਾਂ ਫਾਸ਼ੀਵਾਦ ਦੀ, ਉਸ ਨੂੰ ਤੇ ਨੱਥ ਪਾਈ ਹੈ, ਠੱਲ ਪਾਈ ਹੈ, ਉਹਦੇ ਸਾਹਮਣੇ ਖਲੋਣ ਦਾ ਜਿਗਰਾ ਦਿਖਾਇਆ ਹੈਗਾ, ਉਹ ਪੰਜਾਬ ਦੇ ਕਿਸਾਨਾਂ ਨੇ, ਕਿਸਾਨ ਜਥੇਬੰਦੀਆਂ ਨੇ ਦਿਖਾਇਆ ਹੈਗਾ। ਇਹਨੂੰ ਉਹਨਾਂ ਦੇ ਰੋਲ ਨੂੰ ਤਸਲੀਮ ਕਰਕੇ ਕੋਈ ਬੰਦਾ ਉਹਨੂੰ ਸਹਾਈ ਤੌਰ 'ਤੇ ਸ਼ਾਮਲ ਹੋ ਸਕਦਾ। ਉਹਨਾਂ ਦੇ ਸੰਘਰਸ਼ ਦੀ ਕੀਤੀ ਹੋਈ ਮਿਹਨਤ ਉੱਤੇ ਉਹਦੀ ਲਗਾਮਾਂ ਹੁਣ ਆਪ ਫੜਨ ਦੀ ਕੋਸ਼ਿਸ਼ ਕਰਨੀ, ਇਹ ਸੰਘਰਸ਼ ਦੀ ਜਿਹੜੀ ਹੈ ਨਾ ਪਿੱਠ ਵਿੱਚ ਛੁਰਾ ਘੋਪਣ ਵਾਲੀ ਗੱਲ ਹੈ, ਉਹਨੂੰ ਬਦਨਾਮ ਕਰਨ ਦੀ। ਅਤੇ ਇੱਕ ਤਰ੍ਹਾਂ ਨਾਲ ਮੈਂ ਜੇ ਕਹਾਂ ਤਾਂ ਇਹ ਮੋਦੀ ਦਾ ਜਿਹੜਾ ਏਜੰਡਾ ਹੈਗਾ ਹਿੰਦੂ ਰਾਸ਼ਟਰ ਦਾ, ਉਹਦਾ ਹੀ ਮਤਲਬ ਇੱਕ ਕਿਸਮ ਦਾ ਪੂਰਕ ਰੂਪ ਹੈਗਾ, ਜਿਹੜਾ ਹੁਣ ਬਰਾਬਰ ਦਾ ਏਜੰਡਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਦੇ ਹੱਕ 'ਚ ਭੁਗਤਣ ਵਾਲੀ ਗੱਲ ਹੈ, ਜਿਹਦੇ ਬਾਰੇ ਕੋਈ ਸ਼ੰਕਾ ਨਹੀਂ ਹੈਗਾ ਕਿ 26 ਦੀ ਘਟਨਾਵਾਂ ਵਾਪਰੀਆਂ ਤਾਂ ਸ਼ਾਮ ਨੂੰ ਸਾਰੇ ਨੈਸ਼ਨਲ ਮੀਡੀਆ ਨੇ, ਜਿਹਨੂੰ ਗੋਦੀ ਮੀਡੀਆ ਕਹਿੰਦੇ ਆ, ਏਜੰਡਾ ਚਲਾ ਦਿੱਤਾ। ਕਿ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਇਹ ਕਿਸਾਨ ਹੈ ਹੀ ਨਹੀਂ, ਇਹ ਖਾਲਿਸਤਾਨੀ ਹੈ, ਅਰਬਨ ਨਕਸਲ ਹੈ, ਇਹ ਖੌਰੂ ਪਾਉਂਦੇ ਹੈਗੇ ਆ, ਇਹ ਇਹਨਾਂ ਦਾ ਮਕਸਦ ਹੀ ਨਹੀਂ ਕਿਸਾਨੀ ਮੰਗਾ, ਅੱਜ ਤੱਕ ਸਾਰਿਆਂ ਦੇ ਫਾਇਦੇ ਵਿੱਚ ਹੈਗੇ ਆ, ਫਾਇਦੇ ਦੀ ਗੱਲ ਕਰਦੇ ਹੈਗੇ। ਤਾਂ ਸ਼ਾਮ ਨੂੰ ਏਜੰਡਾ ਚੱਲ ਗਿਆ ਸਭ ਨੂੰ ਸਾਰੇ। ਡਾਕਟਰ ਸਾਹਿਬ ਇੱਕ ਹੋਰ ਗੱਲ ਹੈ, ਜਿਵੇਂ ਤੁਸੀਂ 26 ਜਨਵਰੀ ਦੀ ਗੱਲ ਕੀਤੀ, 26 ਜਨਵਰੀ ਤੋਂ ਪਹਿਲਾਂ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਤੇ 26 ਜਨਵਰੀ ਤੋਂ ਬਾਅਦ ਜੋ ਕੁਝ ਘਟਨਾਵਾਂ ਵਾਪਰੀਆਂ, ਇੱਕੋ ਗੱਲ ਦਾ ਰੌਲਾ ਪੈਂਦਾ ਰਿਹਾ ਸਿੱਖ ਸਿਆਸਤ ਦੇ ਵਿੱਚ, ਪੰਥਕ ਸਿਆਸਤ ਦੇ ਵਿੱਚ, ਕਿ ਇਹ ਤਾਂ ਜੀ ਕਾਮਰੇਡ ਮੂਹਰੇ ਲੱਗੇ ਨੇ। ਹੁਣ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਕਾਮਰੇਡਾਂ ਦੇ ਪਿੱਛੇ ਲੱਗ ਕੇ ਦਿੱਲੀ ਤੱਕ ਕਿਉਂ ਗਏ? ਇਹਨੂੰ ਕਿੱਦਾਂ ਦੇਖਦੇ? ਨਹੀਂ, ਬਿਲਕੁਲ ਇਹਨਾਂ ਨੇ ਤਾਂ ਮਤਲਬ ਹਰ ਡੇ 1 ਤੋਂ ਹੀ ਨਾ ਇਹਨਾਂ ਨੇ ਇਸ ਸੰਘਰਸ਼ ਦੇ ਖਿਲਾਫ ਸਾਜ਼ਿਸ਼ਾਂ ਸ਼ੁਰੂ ਕਰਤੀਆਂ ਸੀਗੀਆਂ। ਇਸ ਸੰਘਰਸ਼ ਦੇ ਇੱਕ ਤਾਂ ਕਾਠੀ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਦੂਜਾ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਦਾ ਜੀ ਇਹਨਾਂ ਦੀ ਲੱਤਾਂ ਜ਼ੋਰ ਹੀ ਨਹੀਂ ਹੈਗਾ, ਇਹ ਤਾਂ ਬੁੱਕਲ 'ਚ ਰੋੜੀ ਭੋਰਦੇ ਹੈਗੇ, ਇਹ ਤਾਂ ਸਮਝੌਤਾ ਕਰਨ ਨੂੰ ਤਿਆਰ ਬੈਠੇ ਹੈਗੇ, ਇਹ ਤਾਂ ਵਿਕਣ ਨੂੰ ਤਿਆਰ ਬੈਠੇ ਹੈਗੇ। ਲਗਾਤਾਰ ਪੰਜਾਬ ਦੀ ਇਸ ਲੀਡਰਸ਼ਿਪ ਨੂੰ ਜੀ ਰਾਜੇਵਾਲ ਤੋਂ ਲੈ ਕੇ ਉਗਰਾਹਾਂ ਹੋਣੀ ਤੱਕ ਸਾਰੇ ਸ਼ਾਮਲ ਸੀਗੇ, ਔਰ ਜਿਨ੍ਹਾਂ ਨੇ ਬੜੀ ਸੁਹਿਰਦਤਾ ਨਾਲ 8-9 ਰਾਊਂਡ 10-11 ਰਾਊਂਡ ਟਾਕ 'ਤੇ ਚਲਾਏ ਨੇ, ਔਰ ਸਰਕਾਰ ਨੂੰ ਨਿਰੁੱਤਰ ਕਰ ਦਿੱਤਾ, ਅਫਸਰਸ਼ਾਹੀ ਨੂੰ ਬੋਲਣ ਨਹੀਂ ਦਿੱਤਾ, ਸਿਆਸੀ ਵਜ਼ੀਰਾਂ ਨੂੰ, ਪੀਯੂਸ਼ ਗੋਇਲ ਨੂੰ ਤੇ ਤੋਮਰ ਨੂੰ ਦਲੀਲ ਨਹੀਂ ਆਉਣ ਦਿੱਤੀ ਕੋਈ ਉੱਥੇ। ਆਪਣੀ ਤਾਂਗ ਜਮਾਈ, ਆਪਣੇ ਵਿਦਵਤਾ ਦੀ, ਆਪਣੇ ਗਿਆਨ ਦੀ ਜਾਂ ਆਪਣੇ ਮੰਗਾਂ ਦੀ ਸਪਸ਼ਟਤਾ ਸੀ ਦਿਮਾਗ ਵਿੱਚ, ਉਹਦੀ ਸਾਰੀ ਦੁਨੀਆ ਨੇ ਦੇਖਿਆ ਕਿਵੇਂ ਜਿਹੜੀ ਰਾਊਂਡ ਆਫ ਟਾਕਸ ਹੋਈਆਂ ਨੇ, ਉਸ ਕਿਸ ਲਿਆਕਤ ਨਾਲ ਹੋਈਆਂ ਨੇ। ਉਸ ਲੀਡਰਸ਼ਿਪ ਨੂੰ ਬਦਨਾਮ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈਗੀ ਹੈ। ਉਹਦੇ ਥੱਲੇ ਜਿਹੜਾ ਪ੍ਰਚਾਰ ਕਰਨਾ ਸੀ, ਗੁਪਤ ਪ੍ਰਚਾਰ, ਉਹ ਵੀ ਕਰਦੇ ਰਹੇ, ਤੇ ਜ਼ਿਆਦਾ ਸਟੇਜਾਂ 'ਤੇ ਜਾ ਕੇ ਵੀ ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਹ ਸ਼ਰੇਆਮ ਕਿਸਾਨ ਸਰਕਾਰ ਦੇ ਹੱਕ ਵਿੱਚ ਨਾ ਭੁਗਤ ਕੇ ਹਾਕਮਾਂ ਦੇ ਹੱਕ, ਯਾਨੀ ਹਾਕਮ ਮਤਲਬ ਮੋਦੀ ਸਰਕਾਰ ਦੇ ਹੱਕ 'ਚ ਭੁਗਤਣ ਵਾਲੀ ਗੱਲ ਹੈ। ਡਾਕਟਰ ਸਾਹਿਬ, ਕਾਮਰੇਡਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਜਦੋਂ ਵੀ ਮਸਲਾ ਉੱਠਦਾ ਹੈ ਤਾਂ ਸਿੱਖਾਂ ਤੇ ਕਾਮਰੇਡਾਂ ਦਾ ਕਹਿੰਦੇ ਕਾਮਰੇਡ ਨਾਸਤਕ ਹੁੰਦੇ ਨੇ, ਇਹਨੂੰ ਕਿੱਦਾਂ ਦੇਖਦੇ ਹੋ? ਗ੍ਰਾਹਨ ਸਾਹਿਬ ਨੇ ਬੜੀ ਵਾਰੀ ਕਿਹਾ ਕਿ ਮੈਂ ਤਾਂ ਜਪਜੀ ਸਾਹਿਬ ਦਾ ਪਾਠ ਕਰਕੇ ਨਿਕਲਦਾ, ਇਹ ਕਾਮਰੇਡਾਂ ਦਾ ਰੌਲਾ ਕਿਉਂ ਪੈਂਦਾ ਹਰ ਵਾਰ? ਦੇਖੋ, ਇਹ ਜਿਹੜਾ ਹੈ ਨਾ, ਮੈਂ ਸਫਾਈ ਦੇਵਾਂ ਕਿ ਮੈਂ ਮੰਦਰ ਜਾਂਦਾ, ਮੈਂ ਨਹੀਂ ਮੰਦਰ ਜਾਂਦਾ ਹੈਗਾ। ਮੇਰਾ ਉਸ ਤਰ੍ਹਾਂ ਵਿਗਿਆਨ ਦਾ ਵਿਦਿਆਰਥੀ ਹੈ, 21ਵੀਂ ਸਦੀ ਦੇ ਹਾਣ ਦੀ ਮੈਂ ਸੋਚ ਰੱਖਦਾ ਹੈਗਾ। ਮੇਰਾ ਕਿਸੇ ਧਰਮ 'ਚ ਉਨਾ ਯਕੀਨ ਹੈ ਨਹੀਂ ਹੈ, ਠੀਕ ਹੈ। ਹਰ ਧਰਮ ਜੋ ਸ਼ਾਨਦਾਰ ਸ਼ਖਸੀਅਤਾਂ ਹੋਈਆਂ ਨੇ, ਉੱਚੇ ਕੱਦ ਦੀਆਂ ਸ਼ਖਸੀਅਤਾਂ ਹੋਈਆਂ ਨੇ, ਜਿਹਨਾਂ ਸਮਾਜ ਨੂੰ ਸੇਧ ਦਿੱਤੀ ਹੈ, ਐਗਜ਼ਾਮਪਲ ਪੈਦਾ ਕੀਤੀ ਹੈ, ਉਹਨਾਂ ਦਾ ਸਤਿਕਾਰ ਕਰਦਾ। ਇੱਕ ਮਹਾਨ ਸ਼ਖਸੀਅਤਾਂ ਹੋਣ ਦੇ ਨਾਤੇ, ਚਾਹੇ ਬਾਬਾ ਨਾਨਕ ਦੇਵ ਜੀ ਹੋਣ, ਚਾਹੇ ਗੁਰੂ ਸਾਹਿਬਾਨ ਹੋਣ, ਚਾਹੇ ਉਹ ਮਤਲਬ ਦਸਮ ਗੁਰੂ ਹੋਣ, ਚਾਹੇ ਉਸ ਤੋਂ ਬਾਅਦ ਜਿਹਨੇ ਹੋਰ ਕਿੰਨੇ ਪੰਜਾਬ ਦੇ ਹੀਰੋ ਪੈਦਾ ਹੋਏ ਨੇ, ਪੰਜਾਬ ਦੇ ਮਤਲਬ ਨਾਇਕ ਪੈਦਾ ਹੋਏ ਨੇ। ਇਹ ਧਾਰਮਿਕ ਨਾਇਕ ਵੀ ਨਾਇਕ ਹੈਗੇ ਤੇ ਸਮਾਜਿਕ ਨਾਇਕ ਵੀ ਹੈਗੇ ਆ। ਸੋ ਇਸ ਕਰਕੇ ਉਹ ਗੱਲ ਅਲੱਗ ਹੈਗੀ ਹੈ। ਮੈਨੂੰ ਕੋਈ ਦਲੀਲ ਦੇਣ ਦੀ ਜਾਂ ਆਪਣੇ ਵੱਲੋਂ ਸਪਸ਼ਟਤਾ ਦੇਣ ਦੀ ਕੋਈ ਲੋੜ ਨਹੀਂ ਕਿਸੇ ਕੋਲ ਡਰ ਕੇ ਕਿ ਮੈਂ ਵੀ ਧਾਰਮਿਕ ਹੈਗਾ। ਮੈਂ ਅੱਜ ਦੇ ਸਮੇਂ ਦੀ ਸਿਆਸਤ ਕਰਦਾ ਹੈਗਾ, 21ਵੀਂ ਸਦੀ ਦੀ ਹਾਣ ਦੀ ਸਿਆਸਤ ਕਰਦਾ, ਸ਼ਾਨ ਦੀ ਸੋਚ ਰੱਖਦਾ, ਵਿਗਿਆਨ ਦਾ ਵਿਦਿਆਰਥੀ ਰਿਹਾ, ਹੁਣ ਤੱਕ ਵਿਗਿਆਨ ਦਾ ਵਿਦਿਆਰਥੀ ਹੈਗਾ ਹੈ। ਸੋ ਇਸ ਕਰਕੇ ਇਹ ਕੰਮ
ਕਾਮਰੇਡਾਂ ਬਾਰੇ ਇੱਕ ਤਾਂ ਬਹਿਸ ਕਰਨੀ ਨਹੀਂ ਚਾਹੀਦੀ। ਇੱਕ ਬੰਦੇ ਨਿੱਜੀ ਆਸਥਾ ਮਾਮਲਾ ਹੈਗਾ। ਤੁਹਾਨੂੰ ਕੁਛ ਚੰਗਾ ਲੱਗਦਾ, ਮੈਨੂੰ ਕੁਛ ਚੰਗਾ ਲੱਗਦਾ, ਤੁਸੀਂ ਕੁਛ ਖਾਂਦੇ ਹੋ, ਮੈਂ ਕੁਛ ਖਾਂਦਾ, ਤੁਸੀਂ ਕੁਛ ਪਹਿਨਦੇ ਹੋ, ਮੈਂ ਕੁਛ ਪਹਿਨਦਾ। ਇਹ ਬੰਦੇ ਨਿੱਜੀ ਆਜ਼ਾਦੀ ਦਾ ਮਾਮਲਾ ਹੈਗਾ। ਸੋ ਇਸ ਬਾਰੇ ਕੋਈ ਚਰਚਾ ਨਹੀਂ ਕਰਨੀ ਚਾਹੀਦੀ। ਦੂਜੀ ਗੱਲ ਹੈ ਕਿ ਜੇ ਤੁਸੀਂ ਇਹੀ ਕਰਨੀ ਹੋਵੇ ਕਿ ਪੰਜਾਬ 'ਚ ਮਤਲਬ ਪੰਥਕ ਵਰਸਸ ਕਾਮਰੇਡ ਸਿਆਸਤ ਹੈਗੀ ਹੈ, ਤਾਂ ਕਾਮਰੇਡਾਂ ਕੋਲ ਇੱਕ ਕਲਾਸ ਜਿਹੜੀ ਐਨਾਲਿਸਿਸ ਹੈ, ਉਹਨਾਂ ਦੀ ਇੱਕ ਜਮਾਤੀ ਨਜ਼ਰੀਆ ਹੈਗਾ ਸਿਆਸਤ ਦਾ, ਉਹਦੇ ਉੱਤੇ ਸਿਆਸਤ ਕਰਦੇ ਨੇ। ਜਿਹੜੀ ਪੰਥਕ ਸਿਆਸਤ ਹੈ ਉਹ ਪੰਥ ਨੂੰ ਮੁੱਦਾ ਬਣਾ ਕੇ ਸਿਆਸਤ ਕਰਦੀ ਹੈ, ਪੰਥਕ ਜੋ ਇੰਟਰਸਟ ਹੈ ਉਹਨਾਂ ਦੇ ਸਿਆਸਤ ਕਰਦੀ ਹੈਗੀ। ਦੋਹਾਂ 'ਚ ਕੋਈ ਟਕਰਾਅ ਨਹੀਂ ਉਸ ਤਰ੍ਹਾਂ ਦੇਖਿਆ ਜਾਵੇ, ਬਸ਼ਰਤੇ ਕਿ ਇਹਨਾਂ 'ਚ ਜਿਹੜੀ ਸਾਂਝ ਹੈਗੀ ਹੈ, ਨੇੜਤਾ ਹੈਗੀ ਹੈ। ਇਸ ਵੇਲੇ ਦੋਨਾਂ ਧਿਰਾਂ ਦਾ ਜੋ ਸਾਂਝਾ ਦੁਸ਼ਮਣ ਹੈ ਉਹ ਭਾਰਤੀ ਕੇਂਦਰਵਾਦ ਹੈਗਾ, ਜਿਹੜਾ ਮਤਲਬ ਯੂਨਿਟਰੀ ਸਟੇਟ ਹੈ, ਕਿ ਇਕਾਤਮਕ ਭਾਰਤ ਹੈਗਾ, ਜਿੱਥੇ ਉਹ ਸਾਰੀਆਂ ਵਿਲੱਖਣਤਾਵਾਂ ਨੂੰ ਮੇਸ ਦੇਣਾ ਚਾਹੁੰਦੇ ਹੈ। ਚਾਹੇ ਸਿੱਖੀ ਦੀ ਵਿਲੱਖਣਤਾ ਵਾ, ਚਾਹੇ ਪੰਜਾਬੀ ਦੀ ਵਿਲੱਖਣਤਾ ਵਾ, ਚਾਹੇ ਮਤਲਬ ਇਲਾਕਾਈ ਵਿਲੱਖਣਤਾ ਵਾ, ਚਾਹੇ ਨਸਲੀ ਵਿਲੱਖਣਤਾ ਵਾ, ਸਭ ਨੂੰ ਮੇਸ ਕੇ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹੈਗੇ। ਉੱਥੇ ਨਾ ਤਾਂ ਕਾਮਰੇਡ ਚਾਹੁੰਦੇ ਕਿ ਜਿਹੜੀਆਂ ਵਿਲੱਖਣਤਾਵਾਂ ਖਤਮ ਹੋਣ, ਆਜ਼ਾਦੀ ਚਾਹੁੰਦੇ ਹੈ ਕੌਮਾਂ, ਤੇ ਦੂਜੀ ਗੱਲ ਹੈ ਕਿ ਲੋਕ ਮੁਕਤੀ ਚਾਹੁੰਦੇ ਹੈਗੇ ਆ, ਸਰਮਾਏ ਤੋਂ ਹੀ ਮੁਕਤੀ ਚਾਹੁੰਦੇ ਆ। ਜਿਹੜੇ ਜਾਤ ਪਾਤੀ ਵਿਵਸਥਾ ਹੈਗੀ ਆ, ਜਿਹੜੀ ਆ ਧਰਮ ਹੰਕਾਰ ਦੀ ਵਿਵਸਥਾ ਹੈਗੀ ਹੈ, ਜਾਂ ਰਾਸ਼ਟਰਵਾਦੀ ਸਿਆਸਤ ਹੈ, ਇਹ ਤੋਂ ਵੀ ਲੋਕ ਮੁਕਤੀ ਚਾਹੁੰਦੇ ਆ। ਲੋਕ ਇੱਕ ਸਮੇਂ ਦੇ ਹਾਣ ਦੀ, ਬਰਾਬਰੀ ਦੀ, ਸਮਾਜਿਕ ਨਿਆਂ ਦੀ ਸਿਆਸਤ ਚਾਹੁੰਦੇ ਹੈਗੇ ਆ। ਉਹਦੇ 'ਚ ਜੇ ਮਤਲਬ ਦੋਹਾਂ ਦੀ ਕਿਤੇ ਸਾਂਝ ਬਣਦੀ ਹੈਗੀ ਹੈ ਤਾਂ ਜ਼ਰੂਰ ਬਣਨੀ ਚਾਹੀਦੀ ਹੈਗੀ ਹੈ, ਕਿਉਂਕਿ ਕਿਤੇ ਵੀ ਮਤਲਬ ਸਿੱਖ ਧਰਮ ਵੀ ਮਤਲਬ ਉਹਨਾਂ ਮੀਰੀ ਪੀਰੀ ਸੰਤ ਸਿਪਾਹੀ, ਜਾਂ ਮਤਲਬ ਸਭ ਮਾਨਸ ਕੀ ਜਾਤ ਸਭੇ ਇੱਕ ਪਹਿਚਾਣਵੋ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸਿਓ ਬਾਹਰਾ ਜੀਓ, ਜਾਂ ਮਤਲਬ ਮਾਨਸ ਕੀ ਜਾਤ ਸਭ ਇੱਕ ਪਹਿਚਾਣਵੋ, ਮੇਰੀ ਜਾਂ ਮਤਲਬ ਨਿਓਟਿਆਂ ਦੀ ਓਟ ਨੇ ਆਸਰਾਂ ਦਾ ਆਸਰਾ। ਜੇ ਤਾਂ ਇੱਦਾਂ ਦੇ ਜਿਹੜੇ ਸਿੱਖੀ ਵਿੱਚ ਜੋ ਸੰਕਲਪ ਨੇ, ਮਨੁੱਖਤਾਵਾਦੀ ਸੰਕਲਪ ਨੇ, ਵਿਆਪਕ ਸਾਰਵਾਦੀ ਦ੍ਰਿਸ਼ਟੀਕੋਣ ਹੈ ਬਾਬੇ ਨਾਨਕ ਦਾ, ਉਹਦੇ ਵਿੱਚੋਂ ਪੋਜ਼ਿਟਿਵ ਅੰਸ਼ ਕੱਢ ਕੇ ਜਿਹੜੇ ਕਾਮਰੇਡਾਂ ਦੇ ਮਤਲਬ ਮਜ਼ਦੂਰ ਜਮਾਤ ਤੋਂ ਮੁਕਤੀ ਦਿਵਾਉਣ ਦੀ ਗੱਲ ਹੈਗੀ, ਮਜ਼ਦੂਰ ਜਮਾਤ ਦਾ ਭਲਾ ਕਰਨ ਵਾਲੀ ਗੱਲ ਹੈ, ਸਰਮਾਏ ਤੋਂ ਉਹਨਾਂ ਦੀ ਬੰਦ ਖਲਾਸੀ ਕਰਾਉਣ ਦੀ ਗੱਲ ਹੈ, ਦੋਹਾਂ ਨੂੰ ਜੋੜ ਕੇ ਜੇ ਸਾਂਝ ਬਣਦੀ ਹੈ ਤਾਂ ਬਣਾਉਣੀ ਚਾਹੀਦੀ, ਜ਼ਰੂਰ ਬਣਾਉਣੀ ਚਾਹੀਦੀ ਹੈਗੀ ਹੈ। ਪਰ ਇਹਦੇ ਵਿੱਚ ਇੱਕ ਜਿਹੜੀ ਮਤਲਬ ਆ ਜਿਹੜੀ ਢਾਊ ਸਿਆਸਤ ਹੈ, ਜਿਹੜੀ ਛੁਰਾ ਮਾਰ ਸਿਆਸਤ ਹੈ, ਜਿਹੜੀ ਠਿੱਬੀ ਲਾਉਣ ਵਾਲੀ ਸਿਆਸਤ ਹੈ, ਇਹ ਕਿਤੇ ਹੀ ਨਹੀਂ ਚਾਹੀਦੀ ਹੈਗੀ ਹੈ। ਸਗੋਂ ਇੱਕ ਦੂਜੇ ਦੇ ਪੂਰਕ ਹੋ ਕੇ ਨਿਬੜ ਸਕਦੇ, ਨਿਬੜਨਾ ਚਾਹੀਦਾ। ਪਰ ਜਿਹੜੀ ਜਿਸ ਤਰ੍ਹਾਂ ਮੋਰਚੇ 'ਚ ਕੀਤਾ ਗਿਆ ਹੈਗਾ ਕਿ ਇੱਕ ਸਫਲਤਾ ਨਾਲ ਚੱਲ ਰਹੇ ਮੋਰਚੇ ਨੂੰ ਇੱਕ ਉਹਦੀ ਕੌਲ 'ਤੇ ਇੱਕ ਬਿਲਕੁਲ ਵੱਖਰਾ ਰੂਟ ਬਣਾ ਕੇ ਭਾਰਤ ਸਰਕਾਰ ਨੂੰ, ਕੇਂਦਰੀਵਾਦੀ ਸਰਕਾਰ ਨੂੰ ਇੱਕ ਬਰਤਾਂਤ ਦਿੱਤਾ ਗਿਆ ਪਲੇਟ 'ਚ ਪਾ ਕੇ ਕਿ ਤੁਸੀਂ ਸਿੱਖਾਂ ਨੂੰ, ਪੰਜਾਬ ਨੂੰ, ਕਿਸਾਨਾਂ ਨੂੰ ਬਦਨਾਮ ਕਰ ਲਓ ਜਿੰਨਾ ਮਰਜ਼ੀ, ਕਿਉਂਕਿ ਉਹ ਚਾਹੁੰਦੇ ਸੀਗੇ, ਉਹਦੀ ਭਾਲ ਵਿੱਚ ਸੀਗੇ, ਬੜੇ ਲੰਮੇ ਸਮੇਂ ਤੋਂ ਚਾਹੁੰਦੇ ਸੀਗੇ ਕਿ ਸਾਨੂੰ ਇੱਦਾਂ ਬਰਤਾਂਤ ਮਿਲੇ। ਉਹਨੇ ਕੋਸ਼ਿਸ਼ਾਂ ਕੀਤੀਆਂ ਕਿ ਖਾਲਿਸਤਾਨੀ ਹੈਗੇ ਆ, ਲੋਕਾਂ ਨੇ ਰੱਦ ਕਰਤੀ, ਇੰਡੀਆ ਰੱਦ ਕਰਤੀ। ਫਿਰ ਇਹ ਅਰਬਨ ਨਕਸਲ ਹੈਗੇ ਆ, ਇਹ ਮਾਓਵਾਦੀ ਹੈਗੇ ਆ, ਬੜੇ ਬਰਤਾਂਤ ਆਏ ਸੀਗੇ, ਪਰ ਉਹਦੀ ਜੜ੍ਹਾਂ ਨਹੀਂ ਸੀ ਲੱਗ ਰਹੀਆਂ। ਉਹਨਾਂ ਦੀ ਜੜ੍ਹਾਂ ਲੱਗਣੀਆਂ ਸ਼ੁਰੂ ਹੋਈਆਂ ਹੈਗੀਆਂ ਜਦੋਂ 26 ਦੇ ਘਟਨਾਵਾਂ ਹੋਈਆਂ। ਸਾਰਾ ਜਿਹੜਾ ਮੋਦੀ ਮੀਡੀਆ ਸੀਗਾ, ਗੋਦੀ ਮੀਡੀਆ ਸੀਗਾ, ਸਰਗਰਮ ਹੋ ਗਿਆ। ਉਹਨੇ ਲਹਿਰ ਨੂੰ ਨੁਕਸਾਨ ਪਹੁੰਚਾਇਆ, ਕੋਈ ਮੰਨੇ ਚਾਹੇ ਨਾ ਮੰਨੇ। ਹਾਲਾਂਕਿ ਉਸ ਤੋਂ ਬਾਅਦ ਹੌਲੀ ਹੌਲੀ ਮੋਰਚਾ ਮੁੜ ਆਪਣੇ ਪੈਰਾਂ 'ਤੇ ਖੜਾ ਹੋਇਆ। ਪਰ ਜਿਹੜੀ ਮੈਂ ਕੋਈ ਕਹਿ ਸਕਦਾ ਕਿ ਤੈਨੂੰ ਪੰਜਾਬੀ ਹੰਕਾਰ ਹੈਗਾ, ਪਰ ਜੋ ਪੰਜਾਬ ਦੀ ਸਰਦਾਰੀ ਸੀਗੀ, ਜੋ ਪੰਜਾਬ ਦੀ ਇੱਕ ਕਿਸਮ ਦੀ ਇੱਕ ਮੋਰਚੇ ਉੱਪਰ ਇੱਕ ਭਲ ਸੀਗੀ, ਉਹਨੂੰ ਜ਼ਰੂਰ ਜਿਹੜੀ ਕ੍ਰੈਡੀਬਿਲਿਟੀ ਸੀ ਲੀਡਰਸ਼ਿਪ ਦੀ ਸਰਕਾਰ ਦੀ ਨਜ਼ਰਾਂ 'ਚ, ਉਹਨੂੰ ਜ਼ਰੂਰ ਸੱਟ ਪਵਾਈ ਇਹਨਾਂ ਨੇ। ਉਹਦੀ ਮਤਲਬ ਜਿਹੜੀ ਭਰੋਸੇਯੋਗਤਾ ਸੀ ਵੀ ਸਾਰਾ ਲੋਕ ਇਹਨਾਂ ਮਗਰ ਹੈਗੇ, ਉਹ ਦੁਫਾੜ ਸ਼ੋਅ ਕਰਕੇ, ਉਹ 'ਚ ਬਖਰੇਵੇਂ ਸ਼ੋਅ ਕਰਕੇ ਇਹਨਾਂ ਨੇ ਸਰਕਾਰ ਨੂੰ ਬਲ ਬਖਸ਼ਿਆ ਹੈਗਾ। ਔਰ ਲੀਡਰਸ਼ਿਪ ਬਾਰੇ ਜੋ ਸਰਕਾਰ ਤਰੰਦੀ ਸੀ, ਇਹਨਾਂ ਦੀ ਇਕਮੁੱਠਤਾ ਤੋਂ, ਇਹਨਾਂ ਦੀ ਮਤਲਬ ਡਾਇਲੌਗਸ ਤੋਂ, ਇਹਨਾਂ ਦੇ ਆਰਗੂਮੈਂਟ ਤੋਂ, ਉਹ ਸਰਕਾਰ ਉਸ 'ਤੇ ਵਿਸਰੀ ਹੋਈ ਹੈ। ਉਹਨੇ ਪ੍ਰਵਾਹ ਕਰਨੀ ਬੰਦ ਕਰ ਦਿੱਤੀ। ਡਾਕਟਰ ਸਾਹਿਬ, ਜਦੋਂ ਗੱਲਾਂ ਹੁੰਦੀਆਂ ਨੇ ਕਿ ਖੁਦ ਮੁਖਤਿਆਰੀ, ਫੈਡਰਲਿਜ਼ਮ ਦੀਆਂ ਗੱਲਾਂ ਸਿੱਖ ਸਿਆਸਤ ਜਾਂ ਪੰਥਕ ਸਿਆਸਤ ਵੱਲੋਂ ਹੁੰਦੀਆਂ, ਇਹ ਤੁਹਾਨੂੰ ਕੀ ਲੱਗਦਾ ਇਹਦਾ ਰਾਹ ਕਿੱਧਰੋਂ ਹੈ? ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਏਕੇ ਨਾਲ ਹੈ, ਪੰਜਾਬੀਆਂ ਦੇ ਏਕੇ ਨਾਲ ਹੈ, ਸੂਬਾ ਸਰਕਾਰਾਂ ਦਾ ਇਹਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਹੋਣਾ ਚਾਹੀਦਾ ਜਦੋਂ ਅਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ, ਫੈਡਰਲਿਜ਼ਮ ਦੀ ਗੱਲ ਕਰਦੇ ਹਾਂ? ਦੇਖੋ, ਫੈਡਰਲਿਜ਼ਮ ਤਾਂ ਚਾਹੇ ਤਾਂ ਕਰਨ ਪੰਥਕ ਵਾਲੇ, ਚਾਹੇ ਡਾਕਟਰ ਗਾਂਧੀ ਕਰੇ, ਚਾਹੇ ਕੋਈ ਸਿਆਸੀ ਧਿਰ ਕਰੇ, ਫੈਡਰਲਿਜ਼ਮ ਤੋਂ ਬਗੈਰ ਇੰਡੀਆ ਦੀ ਗਤੀ ਨਹੀਂ ਹੈਗੀ ਹੈ। ਕਿਉਂਕਿ ਇੰਡੀਆ ਵਿਲੱਖਣਤਾਵਾਂ ਦਾ ਮੁਲਕ ਹੈਗਾ। ਵਿਲੱਖਣਤਾ ਮਤਲਬ ਹੈ ਕਿ ਇੱਥੇ ਪਹਿਲਾਂ ਜ਼ਿਕਰ ਕੀਤਾ ਕਿ ਧਾਰਮਿਕ, ਭਾਸ਼ਾਈ, ਕੌਮੀ, ਨਸਲੀ, ਇਲਾਕਾਈ, ਸੱਭਿਆਚਾਰਕ ਇਕਾਈਆਂ ਨੇ ਇਹ ਇੱਕ ਗੁਲਦਸਤਾ ਹੈਗਾ ਆ। ਇਹਦੇ 'ਚ ਇੱਕ ਰੰਗ ਦੇ ਫੁੱਲ ਭਰਨ ਦੀ ਕੋਸ਼ਿਸ਼ ਕਰੋਗੇ ਜਾਂ ਬਾਕੀ ਵਿਲੱਖਣਤਾਵਾਂ ਮੇਸ ਕੇ ਇੱਕ ਧਰਮ ਦਾ ਬੋਲਬਾਲਾ ਜੇ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਮੁਲਕ ਇਕੱਠਾ ਨਹੀਂ ਰਹਿ ਸਕਦਾ। ਮੈਂ ਐਲਾਨੀਆਂ ਕਹਿੰਦਾ, ਇਹ ਮੁਲਕ ਨੂੰ ਖੰਡਾਉਣ ਵਾਲੀ ਗੱਲ ਹੈ, ਮੁਲਕ ਨੂੰ ਤੋੜਨ ਵਾਲੀ ਗੱਲ ਹੈ, ਲੋਕਾਂ ਨੂੰ ਏਕਾ ਤੋੜਨ ਵਾਲੀ ਗੱਲ ਹੈਗੀ ਹੈ। ਸੋ ਇਸ ਕਰਕੇ ਜਿਹੜਾ ਫੈਡਰਲਿਜ਼ਮ ਹੈਗਾ ਉਹ ਆਪਣੇ ਆਪ 'ਚ ਇੱਥੋਂ ਤੱਕ ਕਿ ਰਾਜਾਂ ਦੇ ਵੱਧ ਅਧਿਕਾਰ ਤੇ ਰਾਜਾਂ ਦੀ ਖੁਦ ਮੁਖਤਿਆਰੀ, ਹਰ ਰਾਜ ਦੀ ਆਪਣੀ ਵਿਲੱਖਣਤਾ ਹੈਗੀ। ਐਗਰੀਕਲਚਰ ਤੋਂ ਵੱਖਰਾ ਹੈਗਾ ਹੈ, ਉਹਦੇ ਸਮਾਜਿਕ ਰੋਹ ਰੀਤਾਂ ਵੱਖਰੀਆਂ ਹੈਗੀਆਂ। ਹਰ ਰਾਜ ਦੀ ਆਪਣੀਆਂ ਵਿਲੱਖਣਤਾਵਾਂ ਹੈਗੀਆਂ। ਉਹਨਾਂ ਵਿਲੱਖਣਤਾਵਾਂ ਦੇ ਅਨੁਸਾਰ ਕੰਮ ਕਰਨ ਦਾ
ਹੱਕ ਚਾਹੀਦਾ ਹੈਗਾ, ਚਾਹੇ ਜ਼ਮੀਨੀ ਸੁਧਾਰ ਕਰਨੇ ਉਹਨਾਂ ਨੇ, ਚਾਹੇ ਜ਼ਮੀਨ ਦਾ ਮਾਮਲੇ ਫੈਸਲੇ ਲੈਣੇ ਹੈਗੇ, ਚਾਹੇ ਕੋਈ ਹੋਰ ਫੈਸਲੇ ਲੈਣੇ ਹੈਗੇ ਆ। ਉਸ ਰਾਜ ਦੀ ਆਪਣੀ ਜੋ ਲੋਕਾਂ ਦੀ ਇੱਛਾਵਾਂ ਹੈਗੀਆਂ ਉਹਨਾਂ ਦੀ ਪੂਰਤੀ ਵਾਸਤੇ ਜਿਹੜਾ ਸੰਘੀ ਢਾਂਚਾ ਹੈਗਾ ਉਹੀ ਬਿਹਤਰੀਨ ਢਾਂਚਾ ਹੈਗਾ। ਇਹ ਗੱਲ ਠੀਕ ਹੈ ਕਿ ਜਿਹੜੇ ਕਾਮਰੇਡ ਨੇ ਉਹ ਅਜੇ ਤੱਕ ਜਿਹੜੀ ਕਲਾਸ ਪੋਲਿਟਿਕਸ ਹੈ, ਜਿਹੜੀ ਜਮਾਤੀ ਸਿਆਸਤ ਹੈ, ਮਜ਼ਦੂਰ ਵਰਗ ਤੇ ਸਰਮਾਏਦਾਰ ਦੀ, ਉਹਦੇ ਅਧੀਨ ਰੱਖ ਕੇ ਸਭ ਨੂੰ ਚੱਲਦੇ ਹੈਗੇ ਆ। ਪਰ ਫੈਡਰਲ ਸਿਆਸਤ ਵੀ ਤਾਂ ਕਮਿਊਨਿਸਟ ਸਿਆਸਤ ਦਾ ਹਿੱਸਾ ਹੈਗੀ, ਸਮਾਜਵਾਦੀ ਸਿਆਸਤ ਦਾ ਹਿੱਸਾ ਫੈਡਰਲ ਸਿਆਸਤ ਵੀ ਹੈਗੀ ਹੈ, ਸਗੋਂ ਇੰਪੋਰਟੈਂਟ ਹਿੱਸਾ ਹੈ। ਅੱਜ ਭਾਰਤੀ ਸੰਘ ਦੀ ਜੋ ਮਜ਼ਬੂਤ, ਜੋ ਇੰਨੀ ਤੇਜ਼ੀ ਨਾਲ ਸੰਗਠਿਤ ਇੱਕ ਕੇਂਦਰੀਕ੍ਰਿਤ ਢਾਂਚਾ ਬਣ ਰਿਹਾ, ਸਿਆਸੀ ਤੌਰ 'ਤੇ ਕੇਂਦਰੀਕ੍ਰਿਤ ਹੈ, ਆਰਥਿਕ ਤੌਰ 'ਤੇ ਕੇਂਦਰੀਕ੍ਰਿਤ ਹੈ ਤੇ ਸੱਭਿਆਚਾਰ ਤੱਕ ਇੰਡੀਆ ਨੂੰ ਕੇਂਦਰਿਤ ਭਾਰਤ ਬਣਾ ਰਿਹਾ ਹੈਗਾ। ਉਹਨੂੰ ਜੇ ਚੁਣੌਤੀ ਹੈਗੀ ਅੱਜ ਵਰਕਿੰਗ ਕਲਾਸ ਮੂਵਮੈਂਟ ਤੋਂ ਨਹੀਂ ਹੈਗੀ, ਅੱਜ ਮਜ਼ਦੂਰ ਜਮਾਤ ਤੋਂ ਨਹੀਂ ਹੈਗੀ, ਅੱਜ ਜੇ ਚੁਣੌਤੀ ਕੋ ਬਣਦੀ ਹੈ ਤਾਂ ਉਹ ਕੇਂਦਰ ਨੂੰ ਸੰਘੀ ਢਾਂਚੇ ਤੋਂ ਬਣਦੀ ਹੈਗੀ, ਰਾਜਾਂ ਦੇ ਅਧਿਕਾਰਾਂ ਤੋਂ ਬਣਦੀ, ਉੱਤੋਂ ਤਾਂ ਰਹਿੰਦੇ ਨੇ ਉਹ। ਤੇ ਉਸ ਕਰਕੇ ਮੈਂ ਨਹੀਂ ਸਮਝਦਾ ਕਿ ਇਹ 'ਚ ਕੋਈ ਗਲਤ ਗੱਲ ਹੈਗੀ ਆ, ਬਸ਼ਰਤੇ ਕਿ ਇਹਨੂੰ ਸਹੀ ਨੀਤੀਆਂ ਦੇ ਮੁਤਾਬਕ, ਜਿਹੜੀ ਮਤਲਬ ਸਾਰੇ ਪੰਜਾਬੀਆਂ ਦੀ ਬਰਾਬਰ ਦੀ ਸ਼ਮੂਲੀਅਤ ਦੇ ਮੁਤਾਬਕ, ਸਾਰੇ ਪੰਜਾਬੀਆਂ ਦੇ ਸੰਘਰਸ਼ ਦੇ ਤੌਰ ਤੇ, ਨਾ ਕਿ ਸਿੱਖ ਮੰਗਾਂ ਦੁਆਲੇ ਬਲਕਿ ਪੰਜਾਬ ਦੀਆਂ ਮੰਗਾਂ ਦੁਆਲੇ ਇੱਕ ਸੰਘੀ ਢਾਂਚਾ ਉਸਰਨਾ ਚਾਹੀਦਾ ਔਰ ਭਾਰਤ ਨੂੰ ਡਟ ਕੇ ਇਸ ਮੂਵਮੈਂਟ ਦਾ ਸਾਥ ਦੇਣਾ ਚਾਹੀਦਾ, ਜੋ ਸੰਘੀ ਢਾਂਚੇ ਵਾਸਤੇ ਪੰਜਾਬ 'ਚ ਉੱਠਣੀ ਚਾਹੀਦੀ ਹੈਗੀ ਹੈ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਵੀ ਭਾਰਤੀ ਸੰਘ ਦੇ ਅੰਦਰ ਰਾਜਾਂ ਦੀ ਖੁਦ ਮੁਖਤਿਆਰੀ ਦੀ ਮੰਗ ਹੈ ਉਹ ਅੱਗੇ ਆਉਣੀ ਚਾਹੀਦੀ ਹੈ। ਔਰ ਉਹਦੇ ਆਧਾਰ ਹਿੰਦੁਸਤਾਨ ਦਾ ਪੁਨਰ ਗਠਨ ਜਿਹੜਾ ਹੈਗਾ ਹੈ, ਸੰਵਿਧਾਨ ਜਿਹੜਾ ਬਣਾਈ ਬੈਠਾ ਹੈਗਾ, ਉਸ ਸੰਵਿਧਾਨ ਦੇ ਇੱਕ ਵਾਰ ਮੁੜ ਕੇ ਘੋਖਣ ਦੀ ਲੋੜ ਹੈਗੀ ਹੈ। ਜਿਹੜੀ ਕੇਂਦਰ ਰਾਜ ਸੰਬੰਧ ਹੈਗੇ ਆ ਉਹਨਾਂ ਦੇ ਪੁਨਰ ਨਿਰੀਖਣ ਦੀ ਲੋੜ ਹੈ, ਪੁਨਰ ਭਾਸ਼ਿਤ ਕਰਨ ਦੀ ਲੋੜ ਹੈ, ਤਾਂ ਕਿ ਹਿੰਦੁਸਤਾਨ ਸਹੀ ਮਾਇਨੇ ਇੱਕ ਫੈਡਰਲ ਮੁਲਕ ਬਣ ਸਕੇ ਔਰ ਸਹੀ ਮਾਇਨੇ ਨਾਲ ਇਕੱਠਾ ਮੁਲਕ ਰਹਿ ਸਕੇ। ਡਾਕਟਰ ਸਾਹਿਬ, ਆਖਰੀ ਸਵਾਲ ਹੈ ਕਿ ਕਿਸਾਨ ਲੀਡਰ ਜਿਹੜੇ ਨੇ ਉਹਨਾਂ ਨੂੰ ਲਗਾਤਾਰ ਇਹ ਸਵਾਲ ਪੁੱਛਿਆ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ, ਹੁਣ ਜਿਹੜਾ ਅੰਦੋਲਨ ਚੱਲ ਰਿਹਾ ਇਹਦੇ ਵਿੱਚ ਇਹ ਮਸਲੇ ਵੀ ਸ਼ਾਮਲ ਕਰੋ, ਤੁਸੀਂ ਕਿਉਂ ਨਹੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ, ਤੁਸੀਂ ਕਿਉਂ ਨਹੀਂ ਫੈਡਰਲਿਜ਼ਮ ਦੀ ਗੱਲ ਕਰਦੇ। ਉਹ ਕਹਿੰਦੇ ਨੇ ਕਿ ਜੇ ਜਿੱਤ ਕੇ ਵਾਪਸ ਆਉਣਾ ਤਾਂ ਇਹ ਮੰਗਾਂ ਵੀ ਨਾਲ ਜਿਹੜੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਇਹਨੂੰ ਕਿੱਦਾਂ ਨਹੀਂ, ਦੇਖੋ ਜਿਹੜੀ ਫੈਡਰਲਿਜ਼ਮ ਦੀ ਮੰਗ ਹੈਗੀ ਹੈ, ਰਾਜਾਂ ਦੇ ਵੱਧ ਅਧਿਕਾਰਾਂ ਦੀ ਮੰਗ ਹੈ, ਇਕੱਲੀ ਪੰਜਾਬ ਨੂੰ ਮਜ਼ਬੂਤ ਆਵਾਜ਼ ਤਾਂ ਬੁਲੰਦ ਕਰਨੀ ਚਾਹੀਦੀ ਹੈ। ਔਰ ਪੰਜਾਬ ਲਗਾਤਾਰ ਅਕਾਲੀ ਦਲ ਦੀ ਲੀਡਰਸ਼ਿਪ ਵੇਲੇ ਕਿਸੇ ਵੇਲੇ 60ਵੇਂ 70ਵੇਂ 'ਚ ਇਹ ਕਰਦਾ ਰਿਹਾ ਜਦ ਤੱਕ ਇਹਨਾਂ ਦਾ ਭਾਜਪਾ ਨਾਲ ਮਿਲਣ ਨਹੀਂ ਸੀ ਹੋਇਆ। ਉਸ ਤੋਂ ਬਾਅਦ ਇਹ ਵੀ ਕੇਂਦਰੀਵਾਦੀ ਸਿਆਸਤ ਦਾ ਹਿੱਸਾ ਬਣ ਗਈ, ਅਕਾਲੀ ਦਲ ਬਾਦਲ ਵੀ, ਜਾਂ ਅਕਾਲੀ ਦਲ ਸਮੁੱਚਾ ਹੈਗਾ। ਤੇ ਅਦਰਵਾਈਜ਼ ਮਤਲਬ ਇਹ ਆਵਾਜ਼ ਆਉਣੀ ਚਾਹੀਦੀ ਹੈ। ਪਰ ਇਸ ਮੋਰਚੇ ਜੋ ਮੰਗਾਂ ਉੱਭਰੀਆਂ ਨੇ, ਜਿਹੜੀਆਂ ਇਕੱਲੀਆਂ ਪੰਜਾਬ ਦੀਆਂ ਨੇ, ਸਾਰੇ ਹਿੰਦੁਸਤਾਨ ਦੇ ਕਿਸਾਨੀ ਦੀਆਂ ਨੇ, ਇਹ 3 ਕਾਲੇ ਕਾਨੂੰਨ, ਚੌਥਾ ਜਿਹੜੇ ਖਪਤਕਾਰੀ ਜਿਹੜਾ ਕਿ ਕਿਸਾਨਾਂ ਨੂੰ ਪ੍ਰਭਾਵਿਤ ਕਰਦਾ, ਨਾਲ ਖਪਤਕਾਰਾਂ ਨੂੰ ਅਰਬਾਂ ਕਰੋੜਾਂ ਰੁਪਇਆ, 25 ਕਰੋੜ ਲੋਕਾਂ ਨੂੰ 85 ਕਰੋੜ ਲੋਕਾਂ ਨੂੰ, ਯਾਨੀ ਕਿ ਦੇਸ਼ ਦੇ 85% ਲੋਕਾਂ ਨੂੰ ਜੋ ਪ੍ਰਭਾਵਿਤ ਕਰਦਾ ਹੈਗਾ, ਖਪਤਕਾਰਾਂ ਤੱਕ ਜਿਹੜਾ ਜਾਣਾ, ਲੋਕਾਂ ਰਸੋਈ ਤੱਕ ਪ੍ਰਭਾਵਿਤ ਕਰਨਾ ਹੈਗਾ ਹੈ। ਵਿਦ ਦਾ ਥਰਡ ਜਿਹੜਾ ਤੀਜਾ ਬਿੱਲ ਹੈ, ਜ਼ਰੂਰੀ ਵਸਤਾਂ ਦਾ ਬਿੱਲ ਹੈਗਾ, ਉਹਨੇ ਮੁਲਕ 'ਚੋਂ ਛੱਡਣਾ ਨਹੀਂ ਕਿਸੇ ਨੂੰ ਵੀ, ਸਿਵਾਏ ਕੁਛ ਘਰਾਣਿਆਂ ਨੂੰ ਜਾਂ ਕੁਛ ਵੱਡੇ ਅਮੀਰਾਂ ਨੂੰ ਛੱਡ ਕੇ। ਸੋ ਉਹਦੇ ਜਿਹੜੇ ਕੇਂਦਰ ਦਾ ਜਿਹੜਾ ਮੋਰਚਾ ਹੈਗਾ, ਉਹਦੇ 'ਚ ਮੇਰਾ ਨਹੀਂ ਖਿਆਲ ਕਿ ਅੱਜ ਅਸੀਂ ਜੇ ਇਹਨੂੰ ਇਹ 'ਤੇ ਬਲ ਦੇਵਾਂਗੇ ਤਾਂ ਇਹ ਮਤਲਬ ਇਹ ਕੋਈ ਵੱਧ ਅਕਲਮੰਦੀ ਦੀ ਗੱਲ ਹੋਗੀ। ਅੱਜ ਉਸ ਮੋਰਚਾ ਦੀ ਜੋ ਕਾਮਯਾਬੀ ਹੈ, ਉਹ ਤੋਂ ਬਾਅਦ ਨਵੇਂ ਰਸਤੇ ਖੁੱਲ੍ਹਣਗੇ, ਨਵੀਂ ਸਿਆਸਤ ਸ਼ੁਰੂ ਹੋਊਗੀ। ਔਰ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ, ਰਾਜੇਵਾਲ ਸਾਹਿਬ ਤਾਂ ਬਹੁਤ ਸਪਸ਼ਟ ਰੂਪ 'ਚ ਉਹ ਕਹਿੰਦੇ ਕੇਂਦਰ ਨੂੰ ਇਹ ਹੱਕ ਹੀ ਨਹੀਂ ਸੀ ਕਾਨੂੰਨ ਬਣਾਉਣ ਦਾ, ਕਿਉਂਕਿ ਸੰਵਿਧਾਨ ਦੀ ਮੱਦ ਨੰਬਰ 14 'ਚ ਰਾਜਾਂ ਦੀ ਸੂਚੀ 'ਚ ਜਿਹੜਾ ਖੇਤੀਬਾੜੀ ਹੈ ਉਹ ਰਾਜ ਦਾ ਵਿਸ਼ਾ ਹੈ, ਤੇ ਮੱਦ ਨੰਬਰ 28 'ਚ ਮੰਡੀਕਰਨ ਰਾਜ ਦਾ ਵਿਸ਼ਾ ਹੈਗਾ। ਰਾਜੇਵਾਲ ਸਾਹਿਬ ਦਾ ਜੇ ਲੈਕਚਰ ਸੁਣੋਗੇ ਤੁਹਾਨੂੰ ਲੱਗੂਗਾ ਕਿ ਕੇਂਦਰ ਰਾਜ ਸੰਬੰਧਾਂ ਦੀ ਪੁਨਰ ਭਾਸ਼ਿਤ ਕਰਨ ਵਾਸਤੇ, ਕੇਂਦਰ ਦੇ ਰਾਜ ਦੇ ਹੱਕਾਂ ਦੀ ਗੱਲ ਕਰਨ ਵਾਸਤੇ, ਇਹਨੂੰ ਫੈਡਰਲਿਜ਼ਮ ਦੀ ਮੰਗ ਕਰਨ ਵਾਸਤੇ ਉਹਨਾਂ ਦਾ ਕਾਫੀ ਵੱਡਾ ਉਹਨੇ ਸਾਰੇ ਇਸ ਬਾਰੇ ਉਹਨੇ ਆਵਾਜ਼ ਬੁਲੰਦ ਕੀਤੀ, ਮੋਰਚੇ ਦੌਰਾਨ ਆਵਾਜ਼ ਬੁਲੰਦ ਕੀਤੀ ਹੈ। ਪਰ ਇਹਨੂੰ ਮੁੱਖ ਮੁੱਦਾ ਬਣਾ ਲਿਆ ਜਾਵੇ, ਜਦ ਜਿਵੇਂ ਪੰਥਕ ਸਿਆਸਤ ਵਾਲੇ ਇਹਨੂੰ ਬਣਾਉਣ ਨੂੰ ਫਿਰਦੇ ਹੈਗੇ ਆ, ਤਾਂ ਇਹ ਮੈਨੂੰ ਲੱਗਦਾ ਅਕਲਮੰਦੀ ਨਹੀਂ ਹੋਊਗੀ। ਇਹ ਮੁੱਦਾ ਜਿਹੜਾ ਹੁਣ ਸਾਰੇ ਹਿੰਦੁਸਤਾਨ ਦਾ ਮੁੱਦਾ ਬਣ ਚੁੱਕਿਆ, ਜਿਹੜਾ ਨਾਲ ਖਪਤਕਾਰਾਂ ਦਾ ਮੁੱਦਾ ਵੀ ਬਣ ਚੁੱਕਿਆ ਹੈਗਾ, ਕੰਜ਼ਿਊਮਰਸ ਦਾ ਮੁੱਦਾ ਬਣ ਚੁੱਕਿਆ, ਜਿਹੜਾ ਪਬਲਿਕ PDS ਨਾਲ ਜੁੜ ਕੇ ਵੱਡਾ ਮੁੱਦਾ ਬਣ ਚੁੱਕਿਆ। ਇਸ ਮੋਰਚੇ ਨੂੰ ਇਹਨਾਂ ਮੰਗਾਂ ਦੁਆਲੇ ਹੀ ਕੇਂਦਰਿਤ ਕਰਨਾ ਚਾਹੀਦਾ, ਇਹਨਾਂ ਮੰਗਾਂ ਦੁਆਲੇ ਹੀ ਸਫਲਤਾ ਪ੍ਰਾਪਤ ਕਰਨੀ ਚਾਹੀਦੀ। ਡਾਕਟਰ ਸਾਹਿਬ, ਜਾਂਦੇ ਇਹ ਦੱਸੋ, ਮੇਰੇ ਧਿਆਨ ਵਿੱਚ ਆਖਰੀ ਸਵਾਲ ਆਇਆ ਕਿ ਜਦੋਂ ਕੋਆਪਰੇਟਿਵ ਖੇਤੀ ਮਾਡਲ ਦੀ ਗੱਲ ਹੁੰਦੀ ਹੈ, ਕੋਆਪਰੇਟਿਵ ਮਾਡਲ ਦੀ ਗੱਲ ਹੁੰਦੀ ਹੈ, ਮਜਬੂਰੀ ਕੀ ਹੈ ਸਰਕਾਰਾਂ ਦੀ, ਸੂਬਾ ਸਰਕਾਰਾਂ ਦੀ, ਜੇ ਆਪਾਂ ਪੰਜਾਬ ਸਰਕਾਰ 'ਤੇ ਹੀ ਲਾਈਏ, ਕਿ ਹੁਣ ਤੱਕ ਇਸ ਮਾਡਲ ਦੇ ਉੱਤੇ ਨਾ ਤਾਂ ਕੋਈ ਗੱਲ ਕੀਤੀ, ਨਾ ਹੀ ਇਹਨੂੰ ਲਾਗੂ ਕਰਨ ਦੇ ਲਈ ਕਦੇ ਸੋਚਿਆ ਕਿ ਆਪਾਂ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਕੋਈ ਇਹਦਾ ਸਹਾਰਾ ਦਈਏ ਕੋਆਪਰੇਟਿਵ ਮਾਡਲ ਦੇ ਨਾਲ। ਬਿਲਕੁਲ ਜੀ, ਇਹਨਾਂ ਨੇ ਕਦੀ ਨਹੀਂ ਸੋਚਿਆ ਹੈਗਾ। ਤੇ ਜਿਹੜਾ ਮੈਂ ਤਾਂ ਬਹੁਤ ਚਿਰ ਪਹਿਲਾਂ ਕਹਿ ਰਿਹਾ ਕਿ ਖੇਤੀ ਜਾਂ ਸਹਿਕਾਰੀ ਹੋਊਗੀ ਜਾਂ ਕਾਰਪੋਰੇਟ ਹੋਊਗੀ, ਕਿਉਂਕਿ ਛੋਟੀਆਂ ਜੋਤਾਂ ਬਚੇ ਨਹੀਂ ਸਕਦੀਆਂ। 2-2.5 ਕਿੱਲੇ ਵਾਲਾ ਕਿਸਾਨ ਸਸਟੇਨ ਨਹੀਂ ਕਰ ਸਕਦਾ, ਤੇ ਉਹਨੂੰ ਜਾਂ ਤੱਕ
ਕੋਆਪਰੇਟਿਵ ਜਾਣਾ ਪੈਣਾ ਸਹਿਕਾਰੀ ਖੇਤੀ ਵੱਲ, ਤੇ ਜਾਂ ਉਹਨੂੰ ਕਾਰਪੋਰੇਟ ਥੱਲੇ ਲੱਗਣਾ ਪੈਣਾ, ਆਪਣੀ ਜ਼ਮੀਨਾਂ ਉਹਨੂੰ ਉੱਥੇ ਠੇਕੇ ਤੇ ਲੈਣੀਆਂ ਪੈਣੀਆਂ ਖੁਦ ਆਪਣੀਆਂ ਜ਼ਮੀਨਾਂ। ਸੋ ਇਸ ਕਰਕੇ ਇਹ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਇਹਨਾਂ ਨੂੰ ਮਤਲਬ ਜਿਹੜੀ ਸਹਿਕਾਰੀ ਖੇਤੀ ਹੈਗੀ ਹੈ, ਜਿਹੜੀਆਂ ਸਹਿਕਾਰੀ ਸੰਸਥਾਵਾਂ ਸੀਗੀਆਂ, ਇਹ ਤਾਂ ਹੌਲੀ ਹੌਲੀ ਇਹਨੂੰ ਖਤਮ ਕਰ ਦਿੱਤੀਆਂ। ਮਾਰਕਫੈਡ ਖਤਮ ਕਰ ਦਿੱਤਾ, ਵੇਰਕਾ ਖਤਮ ਕਰ ਦਿੱਤਾ, ਇਹਨਾਂ ਨੇ ਪਨਸਪ ਖਤਮ ਕਰ ਦਿੱਤਾ ਹੈਗਾ, ਇਹਨਾਂ ਨੇ ਮਤਲਬ ਕਿੰਨੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਸੀਗੀਆਂ ਉਹਨਾਂ ਨੂੰ ਖਤਮ ਕਰਨ ਨੂੰ ਫਿਰਦੇ ਹੈਗੇ ਆ, ਪਿੰਡਾਂ ਦੀਆਂ ਸਹਿਕਾਰੀ ਜ਼ਮੀਨਾਂ ਖਤਮ ਹੜੱਪਣ ਨੂੰ ਫਿਰਦੇ ਹੈਗੇ, ਜਿਹੜੀਆਂ ਸ਼ਾਮ ਲਾਟਾ ਜ਼ਮੀਨਾਂ ਹੈਗੀਆਂ, ਜਿੰਨੀ ਕੋਆਪਰੇਟਿਵ ਦੀ ਗੱਲ ਹੈਗੀ ਹੈ, ਜਿੰਨੀ ਮਤਲਬ ਲੋਕਾਂ ਦੇ ਸਹਿਯੋਗ ਵਾਲੀਆਂ ਸੰਸਥਾਵਾਂ ਸੀਗੀਆਂ, ਹੌਲੀ ਹੌਲੀ ਖਤਮ ਕਰਕੇ ਖੁਦ ਪ੍ਰਾਈਵੇਟਾਈਜ਼ ਕਰ ਰਹੇ ਹੈਗੇ ਆ, ਖੁਦ ਉਹਨਾਂ ਨੂੰ ਸਰਕਾਰੀ ਜਦ ਆਪਣੇ ਨਿਯੰਤਰਣ ਲੈ ਕੇ ਕਾਰਪੋਰੇਟ ਹੱਥਾਂ ਸੌਂਪਣ ਨੂੰ ਫਿਰਦੀ ਹੈਗੀ ਹੈ, ਜਾਂ ਸਿੱਧੇ ਉਹਨਾਂ ਨੂੰ ਕਾਰਪੋਰੇਟ ਹੱਥਾਂ ਦੇਣ ਦੀ ਤਿਆਰੀ ਕਰੀ ਜਾਂਦੀ ਹੈ। ਸੋ ਮੈਂ ਸਮਝਦਾ ਕਿ ਇਹ ਅੱਜ ਦੇ ਸਮੇਂ ਦੀ ਮੰਗ ਹੈਗੀ ਆ ਕਿ ਕਿਸਾਨੀ ਸੰਘਰਸ਼ ਨੂੰ ਵੀ ਆਪਣੇ ਇਸ ਮੋਰਚੇ ਤੋਂ ਬਾਅਦ ਇਹਨਾਂ ਹੱਲ ਨਹੀਂ ਹੁੰਦਾ। ਮੋਰਚਾ ਜੇ ਜਿੱਤ ਵੀ ਲਿਆ ਜਾਵੇ ਤਾਂ ਵੀ ਕਿਸਾਨੀ ਸੰਕਟ ਹੱਲ ਨਹੀਂ ਹੁੰਦਾ। ਉਹ ਗ੍ਰੇਟਾ ਥੁਨਬਰਗ ਕਹਿੰਦੇ ਐਵਰੀਬਾਡੀ ਇਜ਼ ਟਾਕਿੰਗ ਆਫ ਕਮਿੰਗ ਬੈਕ ਟੂ ਨਾਰਮਲ, ਕਹਿੰਦੇ ਬਟ ਯੂਰ ਨਾਰਮਲ ਵਾਜ਼ ਆਲਰੇਡੀ ਅ ਕ੍ਰਾਈਸਿਸ। ਆਪਾਂ ਕਹਿੰਦੇ ਮੁੜ ਕੇ ਸਾਨੂੰ MSP ਦੇ ਦਿਓ, ਉਹ ਕਰ ਦਿਓ, ਉਹਦੇ ਉੱਪਰ MSP ਲੈਂਦਿਆਂ ਖੁਦਕੁਸ਼ੀਆਂ ਹੋ ਰਹੀਆਂ ਸੀਗੀਆਂ, ਕਰਜ਼ੇ ਡੁੱਬੀ ਜਾ ਰਹੇ ਸੀਗੇ, ਬੱਚੇ ਬਾਹਰ ਭੱਜੀ ਜਾ ਰਹੇ ਸੀਗੇ। ਸੋ MSP ਰਿਸਟੋਰ ਵੀ ਹੋ ਜਾਵੇ, ਇਹ ਕਾਨੂੰਨ ਵਾਪਸ ਵੀ ਹੋ ਜਾਣ ਤਾਂ ਕਿਸਾਨੀ ਸੰਕਟ ਹੱਲ ਨਹੀਂ ਹੁੰਦਾ। ਉਹ ਵਾਸਤੇ ਵੱਡੇ ਫਰੇਮ ਬਾਈ ਜਿਹਦੀ ਕੋਆਪਰੇਟਿਵ ਦੀ ਗੱਲ ਕੀਤੀ ਹੈ, ਕੋਆਪਰੇਟਿਵ ਜਿਹੜੀਆਂ ਸਹਿਕਾਰੀ ਖੇਤੀ ਹੈਗੀ ਹੈ ਉਹਦਾ ਮਾਡਲ ਸਰਕਾਰ ਨੂੰ ਉਹਨੂੰ ਇਨਸੈਂਟੀਵਾਈਜ਼ ਕਰਨਾ ਚਾਹੀਦਾ, ਉਹਨੂੰ ਮਤਲਬ ਮਦਦ ਕਰਨੀ ਚਾਹੀਦੀ ਹੈ, ਤੇ ਲੋਕਾਂ ਨੂੰ ਉਦਮ ਕਰਨਾ ਚਾਹੀਦਾ ਕਿ ਕੋਆਪਰੇਟਿਵ ਸਥਾਪਿਤ ਕਰਨ, ਕੰਪੀਟੀਟਿਵ ਹੋਣ ਪ੍ਰਾਈਵੇਟ ਮਾਰਕੀਟ ਨਾਲ। ਤੇ ਇਸ ਤਰ੍ਹਾਂ ਆਪਣੇ ਜਿਵੇਂ ਛੋਟੇ ਛੋਟੇ ਮੁਲਕਾਂ ਨੇ, ਇੰਡੋਨੇਸ਼ੀਆ ਹੋਇਆ, ਬੰਗਲਾਦੇਸ਼ ਹੋਇਆ, ਜਾਂ ਹੋਰ ਫਿਲੀਪਾਈਨਸ ਹੋਇਆ, ਜਾਂ ਮੈਂ 3-4 ਮੁਲਕਾਂ ਦੇ ਨਾਂ ਪਿੱਛੇ ਪੜ੍ਹਦਾ ਪਿਆ ਸੀਗਾ, ਉਹਨਾਂ ਨੇ ਨਿੱਕੇ ਨਿੱਕੇ ਕੋਆਪਰੇਟਿਵ ਬਣਾ ਕੇ ਉਹ ਇੰਟਰਨੈਸ਼ਨਲ ਮਾਰਕੀਟ ਕੰਪੀਟ ਕਰ ਰਹੇ ਹੈ, ਇੰਟਰਨੈਸ਼ਨਲ ਮਾਰਕੀਟ 'ਚ। ਸੋ ਇਹ ਪੰਜਾਬੀ ਕਿਸਾਨ ਬੜੇ ਉਦਮੀ, ਪੰਜਾਬੀ ਵਪਾਰੀ ਬੜੇ ਉਦਮੀ, ਪੰਜਾਬੀ ਨੌਜਵਾਨ ਬੜੇ ਉਦਮੀ ਹੈਗੇ ਆ। ਸਾਡੇ ਵਾਸਤੇ ਸਾਜ਼ਗਾਰ ਹਾਲਤਾਂ ਹੋਣ, ਸਾਡਾ ਪਾਕਿਸਤਾਨ ਵਪਾਰ ਖੁੱਲ੍ਹੇ, ਸਾਡੇ ਬਾਰਡਰ ਖੁੱਲ੍ਹਣ, ਸਾਡੀ ਖੇਤੀਬਾੜੀ ਜਿਹੜੀ ਹੈਗੀ ਹੈ ਉਹ ਸਹਿਕਾਰੀ ਹੋਵੇ, ਵਾਤਾਵਰਨ ਵੀ ਬਚੂਗਾ, ਫਸਲਾਂ ਵੀ ਜਿਹੜੀਆਂ ਜੈਵਿਕ ਪੈਦਾ ਹੋਣਗੀਆਂ, ਤੇ ਇਕੋਲੋਜੀ ਫਰੈਂਡਲੀ ਵੀ ਹੋਣਗੀਆਂ, ਲੁੱਟ ਵੀ ਨਹੀਂ ਹੋਊਗੀ, ਤੇ ਮੁਨਾਫੇ ਜ਼ਿਆਦਾ ਹੋਣਗੇ, ਤੇ ਸਮਾਜ ਸੁਨੱਖਾ ਬਣੂਗਾ, ਤੰਦਰੁਸਤ ਬਣੂਗਾ, ਸਿਹਤ ਬਣੂਗਾ। ਇੱਦਾਂ ਦੀ ਆਪਾਂ ਨੂੰ ਮਾਡਲ ਵਾਸਤੇ ਕਿਸਾਨੀ ਜਥੇਬੰਦੀਆਂ ਨੂੰ ਜ਼ਰੂਰ ਇਸ ਸੰਘਰਸ਼ ਤੋਂ ਫੌਰੀ ਬਾਅਦ ਏਜੰਡੇ ਤੇ ਗੱਲ ਲੈਣੀ ਚਾਹੀਦੀ ਹੈ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਧਰਮਵੀਰ ਗਾਂਧੀ। ਗੱਲਬਾਤ ਕੀਤੀ ਹੈ ਕਿਸਾਨੀ ਮਸਲੇ, ਸਿੱਖ ਸਿਆਸਤ, ਪੰਥਕ ਸਿਆਸਤ ਦੇ ਉੱਤੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।